ਓਮ ਸ਼ਾਂਤੀ। ਅੱਜ ਸੁਣਦੇ ਹਾਂ 17 ਮਾਰਚ ਦੇ ਬਾਬਾ ਦੇ ਸਾਕਾਰ ਮਹਾਵਾਕ। ਬਾਬਾ ਬੋਲੇ, ਮਿੱਠੇ ਬੱਚੇ ਜੀ, ਬਾਬਾ ਗਿਆਨ ਸਾਗਰ ਬਾਪ ਦੁਆਰਾ ਤੁਸੀਂ ਮਾਸਟਰ ਗਿਆਨ ਸਾਗਰ ਬਣੇ ਹੋ। ਤੁਹਾਨੂੰ ਗਿਆਨ ਦਾ ਤੀਜਾ ਨੇਤਰ ਮਿਲਿਆ ਹੈ। ਇਸ ਲਈ ਤੁਸੀਂ ਹੋ ਤ੍ਰਿਨੇਤਰੀ, ਤ੍ਰਿਕਾਲਦਰਸ਼ੀ ਤੇ ਤ੍ਰਿਲੋਕੀਨਾਥ। ਪ੍ਰਸ਼ਨ ਹੈ, ਵਿਸ਼ਵ ਦੀ ਰੂਹਾਨੀ ਸੇਵਾ ਤੁਸੀਂ ਬੱਚਿਆਂ ਦੇ ਸਿਵਾਏ ਹੋਰ ਕੋਈ ਨਹੀਂ ਕਰ ਸਕਦਾ। ਕਿਉਂ? ਉੱਤਰ, ਕਿਉਂਕਿ ਤੁਹਾਨੂੰ ਹੀ ਸੁਪਰੀਮ ਰੂਹ ਸ਼ਿਵ ਬਾਬਾ ਦੀ ਸ਼ਕਤੀ ਮਿਲਦੀ ਹੈ। ਪਹਿਲੇ ਤੁਸੀਂ ਆਤਮਾਵਾਂ ਨੂੰ ਸੁਪਰੀਮ ਰੂਹ ਦੁਆਰਾ ਗਿਆਨ ਦਾ ਇੰਜੈਕਸ਼ਨ ਲੱਗਦਾ ਹੈ, ਜਿਸ ਨਾਲ ਤੁਸੀਂ 5 ਵਿਕਾਰਾਂ ਤੇ ਖੁਦ ਵੀ ਜਿੱਤ ਪ੍ਰਾਪਤ ਕਰਦੇ ਹੋ, ਦੂਜਿਆਂ ਨੂੰ ਵੀ ਕਰਵਾਉਂਦੇ ਹੋ। ਅਜਿਹੀ ਸੇਵਾ ਹੋਰ ਕੋਈ ਕਰ ਨਹੀਂ ਸਕਦਾ। ਕਲਪ ਕਲਪ ਤੁਸੀਂ ਬੱਚੇ ਹੀ ਇਹ ਰੂਹਾਨੀ ਸੇਵਾ ਕਰਦੇ ਹੋ। ਓਮ ਸ਼ਾਂਤੀ। ਬਾਪ ਦੀ ਯਾਦ ਵਿੱਚ ਬੈਠਣਾ ਹੈ, ਹੋਰ ਕੋਈ ਦੇਹਧਾਰੀ ਨੂੰ ਯਾਦ ਨਹੀਂ ਕਰਨਾ। ਨਵੇਂ ਜੋ ਆਉਂਦੇ ਨੇ ਬਾਪ ਨੂੰ ਜਾਣਦੇ ਨਹੀਂ। ਉਹਨਾਂ ਦਾ ਨਾਂ ਤਾਂ ਬੜਾ ਸਹਿਜ ਹੈ, ਸ਼ਿਵ ਬਾਬਾ। ਬਾਪ ਨੂੰ ਬੱਚੇ ਨਹੀਂ ਜਾਣਦੇ, ਕਿੰਨਾ ਵੰਡਰ ਹੈ। ਸ਼ਿਵ ਬਾਬਾ ਉੱਚੇ ਤੇ ਉੱਚਾ, ਸਭ ਦਾ ਸਦਗਤੀ ਦਾਤਾ ਹੈ। ਸਾਰੇ ਪਤਿਤਾਂ ਨੂੰ ਪਾਵਨ ਕਰਤਾ, ਸਰਵ ਦਾ ਦੁੱਖ ਹਰਤਾ ਵੀ ਕਹਿੰਦੇ ਨੇ। ਪਰੰਤੂ ਉਹ ਕੌਣ ਹੈ, ਇਹ ਕੋਈ ਨਹੀਂ ਜਾਣਦੇ ਸਿਵਾਏ ਤੁਸੀਂ ਬੀਕੇ ਦੇ। ਤੁਸੀਂ ਹੋ ਉਹਨਾਂ ਦੇ ਪੋਤਰੇ ਪੋਤਰੀਆਂ, ਸੋ ਤਾਂ ਜ਼ਰੂਰ ਆਪਣੇ ਬਾਪ ਤੇ ਉਹਨਾਂ ਦੀ ਰਚਨਾ ਦੇ ਆਦਮਦ ਅੰਤ ਨੂੰ ਜਾਣੋਗੇ ਨਾ। ਬਾਪ ਦੁਆਰਾ ਬੱਚੇ ਸਭ ਕੁਝ ਜਾਣ ਜਾਂਦੇ ਨੇ। ਹੈ ਹੀ ਪਤਿਤ ਦੁਨੀਆ। ਸਰਵ ਕਲਯੁਗੀ ਪਤਿਤਾਂ ਨੂੰ ਸਤਜੁਗੀ ਪਾਵਨ ਕਿਵੇਂ ਬਣਾਉਂਦੇ ਨੇ, ਉਹ ਬੀਕੇ ਦੇ ਸਿਵਾਏ ਦੁਨੀਆ ਵਿੱਚ ਕੋਈ ਨਹੀਂ ਜਾਣਦੇ। ਕਲਯੁਗੀ ਦੁਰਗਤੀ ਤੋਂ ਕੱਢਣ ਵਾਲਾ ਸਤਜੁਗੀ ਸਦਗਤੀ ਦਾਤਾ ਇੱਕ ਬਾਪ ਹੈ। ਸ਼ਿਵ ਜਯੰਤੀ ਵੀ ਭਾਰਤ ਵਿੱਚ ਹੁੰਦੀ ਹੈ। ਜ਼ਰੂਰ ਉਹ ਆਉਂਦੇ ਨੇ, ਪਰ ਉਹ ਭਾਰਤ ਨੂੰ ਆ ਕੇ ਕੀ ਦਿੰਦੇ ਨੇ, ਇਹ ਭਾਰਤ ਵਾਸੀ ਨਹੀਂ ਜਾਣਦੇ। ਹਰ ਵਰੇ ਸ਼ਿਵ ਜਯੰਤੀ ਮਨਾਉਂਦੇ ਨੇ, ਪਰ ਗਿਆਨ ਦਾ ਤੀਜਾ ਨੇਤਰ ਨਹੀਂ, ਇਸ ਲਈ ਬਾਪ ਨੂੰ ਜਾਣਦੇ ਨਹੀਂ। ਫਿਰ ਗੀਤ ਵੱਜਿਆ, ਨੈਣਹੀਨ ਨੂੰ ਰਾਹ ਵਿਖਾਓ ਪ੍ਰਭੂ। ਇਹ ਮਨੁੱਖਾਂ ਦਾ ਬਣਾਇਆ ਹੋਇਆ ਗੀਤ ਹੈ ਕਿ ਅਸੀਂ ਸਭ ਨੈਣਹੀਨ ਹਾਂ। ਇਹ ਸਥੂਲ ਨੈਣ ਅੱਖਾਂ ਤਾਂ ਸਭ ਨੂੰ ਨੇ, ਪਰੰਤੂ ਆਪਣੇ ਆਪ ਨੂੰ ਫਿਰ ਨੈਣਹੀਨ ਕਿਉਂ ਕਹਿੰਦੇ ਨੇ? ਉਹ ਬਾਪ ਬੈਠ ਸਮਝਾਉਂਦੇ ਨੇ ਕਿ ਗਿਆਨ ਦਾ ਤੀਜਾ ਨੇਤਰ ਕਿਸੇ ਦਾ ਨਹੀਂ ਹੈ। ਬਾਪ ਨੂੰ ਨਹੀਂ ਜਾਣਨਾ ਇਹ ਹੋਇਆ ਅਗਿਆਨ। ਬਾਪ ਨੂੰ ਬਾਪ ਦੁਆਰਾ ਜਾਣਨਾ, ਇਸ ਨੂੰ ਕਿਹਾ ਜਾਂਦਾ ਹੈ ਗਿਆਨ। ਬਾਪ ਗਿਆਨ ਦਾ ਤੀਜਾ ਨੇਤਰ ਦਿੰਦੇ ਨੇ, ਜਿਸ ਨਾਲ ਤੁਸੀਂ ਸਾਰੀ ਰਚਨਾ ਦੇ ਆਦਮਦ ਅੰਤ ਨੂੰ ਜਾਣਦੇ ਹੋ। ਗਿਆਨ ਸਾਗਰ ਦੇ ਬੱਚੇ, ਤੁਸੀਂ ਮਾਸਟਰ ਗਿਆਨ ਸਾਗਰ ਬਣ ਜਾਂਦੇ ਹੋ। ਤੀਜਾ ਨੇਤਰ ਮਾਨਾ ਹੀ ਤ੍ਰਿਨੇਤਰੀ, ਤ੍ਰਿਕਾਲਦਰਸ਼ੀ, ਤ੍ਰਿਲੋਕੀਨਾਥ ਬਣ ਜਾਂਦੇ ਹੋ। ਭਾਰਤ ਵਾਸੀ ਇਹ ਨਹੀਂ ਜਾਣਦੇ ਕਿ ਲਕਸ਼ਮੀ ਨਾਰਾਇਣ ਜੋ ਸਤਜੁਗ ਦੇ ਮਾਲਿਕ ਸੀ, ਉਹਨਾਂ ਨੂੰ ਇਹ ਵਰਸਾ ਕਿਵੇਂ ਮਿਲਿਆ, ਉਹ ਕਦੋਂ ਆਏ, ਫਿਰ ਕਿੱਥੇ ਗਏ, ਫਿਰ ਇਹ ਰਾਜ ਕਿਵੇਂ ਲਿਆ, ਕੁਝ ਨਹੀਂ ਜਾਣਦੇ। ਇਹ ਦੇਵਤਾ ਪਾਵਨ ਨੇ ਨਾ, ਪਾਵਨ ਤਾਂ ਜ਼ਰੂਰ ਬਾਪ ਹੀ ਬਣਾਉਣਗੇ। ਤੁਸੀਂ ਭਾਰਤ ਵਾਸੀਆਂ ਨੂੰ ਬਾਪ ਬੈਠ ਸਮਝਾਉਂਦੇ ਨੇ, ਜੋ ਦੇਵਤਾਵਾਂ ਨੂੰ ਸ਼ਿਵ ਨੂੰ ਮਨਾਉਂਦੇ ਨੇ। ਸ਼ਿਵ ਦਾ ਜਨਮ ਵੀ ਭਾਰਤ ਵਿੱਚ ਹੋਇਆ। ਉੱਚੇ ਤੇ ਉੱਚਾ ਹੈ ਭਗਵਾਨ। ਸ਼ਿਵ ਜਯੰਤੀ ਇੱਥੇ ਮਨਾਉਂਦੇ ਨੇ। ਜਗਤੰਬਾ, ਜਗਤ ਪਿਤਾ ਬ੍ਰਹਮਾ ਤੇ ਸਰਸਵਤੀ ਦਾ ਜਨਮ ਵੀ ਇੱਥੇ ਹੀ ਹੈ, ਭਾਰਤ ਵਿੱਚ ਹੀ ਮਨਾਉਂਦੇ ਨੇ। ਅੱਛਾ, ਲਕਸ਼ਮੀ ਨਾਰਾਇਣ ਦਾ ਜਨਮ ਵੀ ਇੱਥੇ ਹੀ ਹੁੰਦਾ ਹੈ। ਉਹੀ ਰਾਧੇ ਕ੍ਰਿਸ਼ਨ ਨੇ। ਇਹ ਵੀ ਭਾਰਤ ਵਾਸੀ ਨਹੀਂ ਜਾਣਦੇ। ਕਹਿੰਦੇ ਨੇ ਪਤਿਤ ਪਾਵਨ ਆਓ, ਤਾਂ ਜ਼ਰੂਰ ਸਾਰੇ ਪਾਵਨ ਨੇ, ਜ਼ਰੂਰ ਸਾਰੇ ਪਤਿਤ ਨੇ। ਉਹਨਾਂ ਨੂੰ ਆ ਕੇ ਪਾਵਨ ਬਣਾਓ। ਸਾਧੂ ਸੰਤ ਰਿਸ਼ੀ ਮੁਨੀ ਆਦਿ ਸਭ ਪੁਕਾਰਦੇ ਨੇ, ਆਓ ਆ ਕੇ ਸਾਨੂੰ ਪਾਵਨ ਬਣਾਓ। ਦੂਜੇ ਪਾਸੇ ਕੁੰਭ ਦੇ ਮੇਲੇ ਵਿੱਚ ਜਾਂਦੇ ਨੇ, ਪਾਪ ਧੋਣ ਲਈ ਸਮਝਦੇ ਨੇ ਗੰਗਾ ਪਤਿਤ ਪਾਵਨੀ ਹੈ। ਪੁਕਾਰਦੇ ਨੇ ਪਤਿਤ ਪਾਵਨ ਆਓ, ਤਾਂ ਮਨੁੱਖ ਕਿਸ ਨੂੰ ਕਹਿੰਦੇ ਨੇ ਕਿ ਆ ਕੇ ਪਾਵਨ ਬਣਾਓ? ਮਨੁੱਖ ਕਿਸੇ ਨੂੰ ਪਾਵਨ ਨਹੀਂ ਬਣਾ ਸਕਦਾ। ਬਾਪ ਸਮਝਾਉਂਦੇ ਨੇ, ਪਹਿਲੇ ਤੁਸੀਂ ਦੇਵੀ ਦੇਵਤਾ ਧਰਮ ਦੇ ਸੀ ਤਾਂ ਸਭ ਪਾਵਨ ਸੀ, ਹੁਣ ਪਤਿਤ ਬਣ ਗਏ। ਕਹਿੰਦੇ ਨੇ ਰਾਹ ਦੱਸੋ ਪ੍ਰਭੂ, ਕਿੱਥੋਂ ਦੀ ਰਾਹ? ਤਾਂ ਕਹਿੰਦੇ ਨੇ ਬਾਬਾ ਜੀਵਨ ਮੁਕਤੀ ਦੀ ਰਾਹ ਦੱਸੋ। ਸਾਡੇ ਵਿੱਚ 5 ਵਿਕਾਰ ਨੇ ਬਾਬਾ। ਅਸੀਂ ਸਾਰੇ ਸਵਰਗ ਵਿੱਚ ਸੀ ਤਾਂ ਨਿਰਵਿਕਾਰੀ ਸੀ, ਹੁਣ ਵਿਕਾਰੀ ਪਤਿਤ ਬਣ ਗਏ ਹਾਂ। ਇਸ ਦਾ ਕੁਝ ਰਾਜ਼ ਤਾਂ ਸਮਝਾਓ। ਇਹ ਕੋਈ ਦੰਤ ਕਥਾਵਾਂ ਨਹੀਂ ਨੇ। ਬਾਪ ਸਮਝਾਉਂਦੇ ਨੇ ਸ਼੍ਰੀਮਦ ਭਗਵਤ ਗੀਤਾ ਮਤਲਬ ਪਰਮਾਤਮਾ ਦੀ ਸੁਣਾਈ ਹੋਈ ਗੀਤਾ ਹੈ। ਪਤਿਤਾਂ ਨੂੰ ਪਾਵਨ ਬਣਾਉਣ ਵਾਲਾ ਹੈ।
ਨਿਰਾਕਾਰ ਭਗਵਾਨ। ਮਨੁੱਖ ਨੂੰ ਭਗਵਾਨ ਨਹੀਂ ਕਹਿ ਸਕਦੇ। ਬਾਪ ਕਹਿੰਦੇ ਨੇ ਐਨੇ ਵੱਡੇ ਵੱਡੇ ਗੁਰੂ ਹੁੰਦਿਆਂ ਵੀ ਭਾਰਤ ਐਨਾ ਕੋੜੀ ਵਰਗਾ ਕਿਉਂ ਬਣਿਆ? ਕੱਲ ਦੀ ਗੱਲ ਹੈ, ਭਾਰਤ ਸਵਰਗ ਸੀ। ਬਾਬਾ ਨੇ ਭਾਰਤ ਨੂੰ ਸਵਰਗ ਦੀ ਸੌਗਾਤ ਦਿੱਤੀ ਸੀ। ਭਾਰਤ ਵਾਸੀ ਪਤਿਤਾਂ ਨੂੰ ਆ ਕੇ ਰਾਜਯੋਗ ਸਿਖਾ ਕੇ ਪਾਵਨ ਬਣਾਇਆ ਸੀ। ਹੁਣ ਫਿਰ ਬਾਪ ਬੱਚਿਆਂ ਦੇ ਕੋਲ ਆਇਆ ਹੈ, ਸੇਵਾਦਾਰੀ ਬਣ ਕੇ। ਬਾਪ ਹੈ ਰੂਹਾਨੀ ਸੇਵਾਦਾਰੀ, ਬਾਕੀ ਤਾਂ ਸਭ ਮਨੁੱਖ ਮਾਤਰ ਨੇ ਜਿਸਮਾਨੀ ਸੇਵਾਦਾਰੀ। ਸੰਨਿਆਸੀ ਵੀ ਜਿਸਮਾਨੀ ਸੇਵਾਦਾਰੀ ਨੇ। ਬਾਪ ਕਹਿੰਦੇ ਨੇ ਮੈਂ ਨਿਰਾਕਾਰ ਸਾਕਾਰ ਸਾਧਾਰਨ ਬੂੜੇ ਤਨ ਵਿੱਚ ਪ੍ਰਵੇਸ਼ ਕਰਕੇ ਬੱਚਿਆਂ ਨੂੰ ਆ ਕੇ ਸਮਝਾਉਂਦਾ ਹਾਂ, ਇਹ ਭਾਰਤ ਵਾਸੀ ਬੱਚਿਓ ਵੇਖੋ, ਰੂਹਾਨੀ ਬਾਪ ਰੂਹਾਂ ਨੂੰ ਬੈਠ ਸਮਝਾਉਂਦੇ ਨੇ। ਇਹ ਬ੍ਰਹਮਾ ਨਹੀਂ ਸੁਣਾਉਂਦੇ, ਲੇਕਿਨ ਉਹ ਨਿਰਾਕਾਰ ਬਾਪ ਇਸ ਤਨ ਦਾ ਆਧਾਰ ਲੈਂਦੇ ਨੇ। ਸ਼ਿਵ ਨੂੰ ਆਪਣਾ ਸਰੀਰ ਹੈ ਨਹੀਂ, ਸਾਲੀਗ੍ਰਾਮ ਆਤਮਾਵਾਂ ਨੂੰ ਆਪਣਾ ਆਪਣਾ ਸਰੀਰ ਹੈ। ਪੁਨਰ ਜਨਮ ਵਿੱਚ ਆਉਂਦੇ ਆਉਂਦੇ ਪਤਿਤ ਬਣ ਜਾਂਦੇ ਨੇ। ਹੁਣ ਤਾਂ ਸਾਰੀ ਦੁਨੀਆ ਪਤਿਤ ਹੈ, ਪਾਵਨ ਇੱਕ ਵੀ ਨਹੀਂ। ਤੁਸੀਂ ਸਤੋ ਪ੍ਰਧਾਨ ਸੀ, ਫਿਰ ਖਾਦ ਪੈਣ ਨਾਲ ਸਤੋ ਤੋਂ ਰਜੋ ਤਮੋ ਵਿੱਚ ਆਏ। ਤੁਸੀਂ ਭਾਰਤ ਵਾਸੀਆਂ ਦੇ ਕੋਲ ਸ਼ਿਵ ਬਾਬਾ ਆ ਕੇ ਸਰੀਰ ਧਾਰਨ ਕਰਦੇ ਨੇ, ਜਿਸ ਨੂੰ ਭਾਗੀਰਥ ਵੀ ਕਹਿੰਦੇ ਨੇ। ਮੰਦਰਾਂ ਵਿੱਚ ਸ਼ੰਕਰ ਦਾ ਚਿੱਤਰ ਵਿਖਾਉਂਦੇ ਨੇ, ਕਿਉਂਕਿ ਉਹ ਤਾਂ ਸ਼ਿਵ ਸ਼ੰਕਰ ਨੂੰ ਇਕੱਠਾ ਸਮਝ ਲੈਂਦੇ ਨੇ। ਇਹ ਨਹੀਂ ਸਮਝਦੇ ਕਿ ਸ਼ਿਵ ਤਾਂ ਨਿਰਾਕਾਰ ਹੈ ਤੇ ਸ਼ੰਕਰ ਆਕਾਰੀ ਹੈ। ਸ਼ਿਵ ਸ਼ੰਕਰ ਇਕੱਠਾ ਕਿਵੇਂ ਰਹਿੰਦੇ ਨੇ? ਅੱਛਾ, ਫਿਰ ਬੈਲ ਤੇ ਸਵਾਰੀ ਕੌਣ ਕਰਦਾ ਹੈ, ਸ਼ਿਵ ਜਾਂ ਸ਼ੰਕਰ? ਸੁੱਖਾ ਵਤਨ ਵਿੱਚ ਬੈਲ ਕਿੱਥੋਂ ਆਇਆ? ਸ਼ਿਵ ਰਹਿੰਦਾ ਹੈ ਮੂਲ ਵਤਨ ਵਿੱਚ, ਸ਼ੰਕਰ ਸੁੱਖਮ ਵਤਨ ਵਿੱਚ। ਮੂਲ ਵਤਨ ਵਿੱਚ ਸਭ ਆਤਮਾਵਾਂ ਵੀ ਨੇ, ਸੁੱਖਮ ਵਤਨ ਵਿੱਚ ਸਿਰਫ ਬ੍ਰਹਮਾ ਵਿਸ਼ਨੂੰ ਸ਼ੰਕਰ ਨੇ। ਉੱਥੇ ਜਾਨਵਰ ਨਹੀਂ ਹੁੰਦੇ। ਬਾਪ ਕਹਿੰਦੇ ਨੇ ਮੈਂ ਸਾਧਾਰਨ ਬੁੱਢੇ ਤਨ ਵਿੱਚ ਪ੍ਰਵੇਸ਼ ਕਰ ਤੁਹਾਨੂੰ ਸਮਝਾਉਂਦਾ ਹਾਂ। ਤੁਸੀਂ ਬੱਚੇ ਆਪਣੇ ਜਨਮਾਂ ਨੂੰ ਨਹੀਂ ਜਾਣਦੇ ਹੋ। ਸਤਯੁਗ ਤੋਂ ਲੈ ਕੇ ਤੁਸੀਂ ਕਿੰਨੇ ਜਨਮ ਲਏ ਨੇ? 84 ਜਨਮ। ਇਹ ਹੁਣ ਹੈ ਪਿਛਾੜੀ ਦਾ ਜਨਮ। ਭਾਰਤ ਜੋ ਅਮਰ ਲੋਕ ਪਾਵਨ ਸੀ, ਹੁਣ ਉਹ ਮ੍ਰਿਤਿੂ ਲੋਕ ਪਤਿਤ ਹੈ। ਸਰਵਦਾ ਸਦਗਤੀ ਦਾਤਾ ਇੱਕ ਬਾਪ ਹੈ। ਰੁद्रमाला ਹੈ ਹੀ ਪਰਮਪਿਤਾ ਪਰਮਾਤਮਾ ਨਿਰਾਕਾਰ ਸ਼ਿਵ ਦੀ। ਸ਼੍ਰੀ ਸ਼੍ਰੀ 108 ਰੁद्रमाला ਕਹੀ ਜਾਂਦੀ ਹੈ। ਸਭ ਸ਼ਿਵ ਦੇ ਗਲੇ ਦਾ ਹਾਰ ਨੇ। ਬਾਪ ਤਾਂ ਹੈ ਪਤਿਤ ਪਾਵਨ, ਸਰਵਦਾ ਸਦਗਤੀ ਦਾਤਾ, ਸਰਵ ਨੂੰ ਵਰਸਾ ਦੇਣ ਵਾਲਾ। ਲੌਕਿਕ ਪਾਪ ਤੋਂ ਹੱਦ ਦਾ ਵਰਸਾ ਮਿਲਦਾ, ਜਿਸ ਨੂੰ ਸੰਨਿਆਸੀ ਕਾਗ ਵਿਸ਼ਟਾ ਸਮਾਨ ਸੁਖ ਸਮਝਦੇ ਨੇ। ਬਾਪ ਕਹਿੰਦੇ ਨੇ ਬਰੋਬਰ ਇਹ ਤੁਹਾਡਾ ਸੁਖ ਕਾਗ ਵਿਸ਼ਟਾ ਸਮਾਨ ਹੈ। ਬਾਪ ਆ ਕੇ ਪਤਿਤਾਂ ਨੂੰ ਪਾਵਨ, ਕੰਡਿਆਂ ਨੂੰ ਫੁੱਲ ਬਣਾਉਂਦੇ ਨੇ ਨੌਲੇਜ ਨਾਲ। ਇਹ ਗੀਤਾ ਦੀ ਨੌਲੇਜ ਹੈ। ਇਹ ਗਿਆਨ ਕੋਈ ਮਨੁੱਖ ਨਹੀਂ ਸਮਝਾ ਸਕਦੇ। ਗਿਆਨ ਦਾ ਸਾਗਰ ਪਤਿਤ ਪਾਵਨ ਬਾਪ ਹੀ ਸਮਝਾ ਸਕਦੇ ਨੇ। ਬਾਪ ਤੋਂ ਵਰਸਾ ਮਿਲਦਾ ਹੈ ਜੋ ਤੁਸੀਂ ਲੈ ਰਹੇ ਹੋ। ਤੁਸੀਂ ਹੀ ਸਿਰਫ ਸਦਗਤੀ ਵੱਲ ਜਾ ਰਹੇ ਹੋ। ਹੁਣ ਤਾਂ ਸੰਗਮ ਤੇ ਹੋ। ਉਹ ਤਾਂ ਕਲਯੁਗ ਵਿੱਚ ਨੇ। ਹੁਣ ਹੈ ਕਲਯੁਗ ਦਾ ਅੰਤ। ਮਹਾਭਾਰਤ ਲੜਾਈ ਵੀ ਸਾਹਮਣੇ ਖੜੀ ਹੈ। 5000 ਸਾਲ ਪਹਿਲੇ ਵੀ ਜਦੋਂ ਤੁਸੀਂ ਰਾਜਯੋਗ ਸਿੱਖਦੇ ਸੀ, ਭੰਬੋਰ ਨੂੰ ਅੱਗ ਲੱਗੀ ਸੀ। ਹੁਣ ਤੁਸੀਂ ਰਾਜਯੋਗ ਸਿੱਖ ਰਹੇ ਹੋ ਇਹ ਲక్ష్ਮੀ ਨਾਰਾਇਣ ਬਣਨ ਦੇ ਲਈ। ਬਾਕੀ ਤਾਂ ਹੈ ਸਭ ਭਗਤੀ ਮਾਰਗ। ਬਾਪ ਜਦੋਂ ਆਉਂਦੇ ਨੇ ਸਵਰਗ ਦੇ ਦਵਾਰ ਖੋਲਦੇ ਨੇ। ਬਾਪ ਕਹਿੰਦੇ ਨੇ ਇਹ ਸ਼ਿਵ ਸ਼ਕਤੀ ਭਾਰਤ ਮਾਤਾਵਾਂ ਦਾ ਭਾਰਤ ਨੂੰ ਸਵਰਗ ਬਣਾਉਂਦੀਆਂ ਨੇ। ਸ਼੍ਰੀਮਤੇ ਤੁਸੀਂ ਹੋ ਸ਼ਿਵ ਸ਼ਕਤੀ ਭਾਰਤ ਮਾਤਾਵਾਂ ਜੋ ਭਾਰਤ ਨੂੰ ਸਵਰਗ ਬਣਾਉਂਦੀਆਂ ਹੋ। ਤੁਸੀਂ ਹੋ ਸ਼ਿਵ ਦੀ ਔਲਾਦ, ਉਸ ਨੂੰ ਹੀ ਯਾਦ ਕਰਦੇ ਹੋ। ਸ਼ਿਵ ਤੋਂ ਸ਼ਕਤੀ ਲੈ ਕੇ 5 ਵਿਕਾਰਾਂ ਰੂਪੀ ਜਿੱਤ ਪਾਉਂਦੇ ਹੋ। ਤੁਸੀਂ ਬੱਚਿਆਂ ਨੇ 5000 ਵਰੇ ਪਹਿਲੇ ਭਾਰਤ ਦੀ ਸੇਵਾ ਕੀਤੀ ਸੀ। ਉਹ ਸੋਸ਼ਲ ਵਰਕਰ ਕਰਦੇ ਨੇ ਜਿਸਮਾਨੀ ਸੇਵਾ। ਇਹ ਹੈ ਰੂਹਾਨੀ ਸੇਵਾ। ਸੁਪਰੀਮ ਰੂਹ ਆ ਕੇ ਆਤਮਾਵਾਂ ਨੂੰ ਇੰਜੈਕਸ਼ਨ ਲਗਾਉਂਦੇ ਨੇ, ਪੜ੍ਹਾਉਂਦੇ ਨੇ। ਆਤਮਾ ਹੀ ਸੁਣਦੀ ਹੈ। ਤੁਸੀਂ ਆਤਮਾਵਾਂ ਹੋ। ਤੁਸੀਂ ਹੀ 84 ਜਨਮ ਲੈਂਦੇ ਹੋ। ਇੱਕ ਸਰੀਰ ਛੱਡ ਦੂਜਾ ਲੈਂਦੇ ਹੋ। 84 ਜਨਮ ਲੈ 84 ਮਾਂ-ਬਾਪ ਬਣਾਏ ਨੇ। ਸਤਯੁਗ ਤ੍ਰੇਤਾ ਵਿੱਚ ਤੁਸੀਂ ਸਵਰਗ ਦੇ ਸੁੱਖ ਪਾਏ। ਹੁਣ ਫਿਰ ਬੇਹੱਦ ਦੇ ਬਾਪ ਦੁਆਰਾ ਸੁੱਖ ਦਾ ਵਰਸਾ ਲੈ ਰਹੇ ਹੋ। ਬਰੋਬਰ ਭਾਰਤ ਨੂੰ ਇਹ ਵਰਸਾ ਸੀ। ਭਾਰਤ ਵਿੱਚ ਲక్ష్ਮੀ ਨਾਰਾਇਣ ਦਾ ਰਾਜ ਸੀ। ਉੱਥੇ ਦੈਤ ਆਦਿ ਕੋਈ ਨਹੀਂ ਸੀ, ਅਸੁਰ ਆਦਿ ਕੋਈ ਨਹੀਂ ਸੀ। ਤੁਸੀਂ ਜਾਣਦੇ ਹੋ ਇਸ ਪੁਰਾਣੀ ਦੁਨੀਆ ਨੂੰ ਅੱਗ ਲੱਗਣੀ ਹੈ। ਮੈਂ ਆ ਕੇ ਗਿਆਨ ਯੱਗ ਰਚਦਾ ਹਾਂ। ਤੁਸੀਂ ਸਾਰੇ ਪਵਿੱਤਰ ਦੇਵਤਾ ਬੰਦੇ ਹੋ।
ਹਜ਼ਾਰਾਂ ਨੇ ਜੋ ਦੇਵਤਾ ਬਣਨ ਦਾ ਪੁਰਸ਼ਾਰਥ ਕਰ ਰਹੇ ਨੇ। ਬਾਪ ਆਇਆ ਹੈ ਬੱਚਿਆਂ ਦੀ ਸਦਗਤੀ ਕਰਨ। ਤੁਹਾਨੂੰ ਬੱਚਿਆਂ ਨੂੰ ਕੰਡਿਆਂ ਤੋਂ ਫੁੱਲ ਬਣਾ ਰਹੇ ਨੇ। ਤੁਹਾਨੂੰ ਗਿਆਨ ਦਾ ਤੀਜਾ ਨੇਤਰ ਦੇ ਰਹੇ ਨੇ, ਜਿਸ ਨਾਲ ਤੁਸੀਂ ਸਾਰੇ ਡਰਾਮਾ ਨੂੰ, ਸ਼ਿਵ ਬਾਬਾ ਦਾ ਕੀ ਪਾਠ ਵੱਜਦਾ ਹੈ ਸਭ ਜਾਣਦੇ ਹੋ। ਬ੍ਰਹਮਾ ਤੇ ਵਿਸ਼ਨੂੰ ਦਾ ਕਨੈਕਸ਼ਨ ਕੀ ਹੈ ਉਹ ਵੀ ਜਾਣਦੇ ਹੋ। ਉਹ ਵੀ ਖਾਂਦੇ ਨੇ ਵਿਸ਼ਨੂੰ ਦੀ ਨਾਭੀ ਤੋਂ ਬ੍ਰਹਮਾ ਨਿਕਲਿਆ। ਬ੍ਰਹਮਾ ਹੀ ਜਾ ਕੇ ਵਿਸ਼ਨੂੰ ਬਣਦੇ ਨੇ। ਬ੍ਰਾਹਮਣ ਫਿਰ ਸੋ ਦੇਵਤਾ। ਵਿਸ਼ਨੂੰ ਤੋਂ ਬ੍ਰਹਮਾ ਬਣਨ ਵਿੱਚ 5000 ਵਰੇ ਲੱਗੇ। ਇਹ ਤੁਹਾਨੂੰ ਗਿਆਨ ਹੈ। ਤੁਸੀਂ ਬ੍ਰਾਹਮਣਾਂ ਦੀ ਨਾਭੀ ਕਮਲ ਤੋਂ ਵਿਸ਼ਨੂਪੁਰੀ ਪ੍ਰਗਟ ਹੋ ਰਹੀ ਹੈ। ਉਹਨਾਂ ਨੇ ਤਾਂ ਚਿੱਤਰ ਬਣਾਇਆ ਹੈ। ਵਿਸ਼ਨੂੰ ਦੀ ਨਾਭੀ ਤੋਂ ਬ੍ਰਹਮਾ ਨਿਕਲਿਆ, ਫਿਰ ਸਾਰੇ ਵੇਦ ਸ਼ਾਸਤਰਾਂ ਦਾ ਸਾਰ ਸੁਣਾਇਆ। ਹੁਣ ਤੁਸੀਂ ਬ੍ਰਹਮਾ ਦੁਆਰਾ ਸਾਰਾ ਸਾਰ ਸਮਝਦੇ ਹੋ। ਬਾਪ ਕਹਿੰਦੇ ਨੇ ਮੁੱਖ ਧਰਮ ਸ਼ਾਸਤਰ ਨੇ 4। ਪਹਿਲੇ ਦੇਵੀ ਦੇਵਤਾ ਧਰਮ ਦਾ ਸ਼ਾਸਤਰ ਹੈ ਗੀਤਾ। ਗੀਤਾ ਕਿਸਨੇ ਗਾਈ? ਸ਼ਿਵ ਬਾਬਾ ਨੇ। ਗਿਆਨ ਸਾਗਰ, ਪਤਿਤ ਪਾਵਨ, ਸੁਖ ਦਾ ਸਾਗਰ ਸ਼ਿਵ ਬਾਬਾ ਹੈ। ਉਸਨੇ ਬੈਠ ਭਾਰਤ ਨੂੰ ਸਵਰਗ ਬਣਾਇਆ, ਨਾ ਕਿ ਕ੍ਰਿਸ਼ਨ ਨੇ। ਕ੍ਰਿਸ਼ਨ ਤਾਂ ਮੇਰੇ ਦੁਆਰਾ ਗਿਆਨ ਸੁਣ ਕੇ ਫਿਰ ਕ੍ਰਿਸ਼ਨ ਬਣਿਆ। ਇਹ ਗੁਪਤ ਗੱਲ ਹੋਈ ਨਾ। ਨਵੇਂ ਬੱਚੇ ਇਹਨਾਂ ਗੱਲਾਂ ਨੂੰ ਸਮਝ ਨਹੀਂ ਸਕਦੇ। ਇਸ ਨੂੰ ਕਿਹਾ ਜਾਂਦਾ ਹੈ ਨਰਕ, ਉਸ ਨੂੰ ਕਿਹਾ ਜਾਂਦਾ ਹੈ ਸਵਰਗ। ਸ਼ਿਵ ਬਾਬਾ ਨੇ ਸਵਰਗ ਦੀ ਸਥਾਪਨਾ ਕੀਤੀ। ਉਸ ਵਿੱਚ ਲక్ష్ਮੀ ਨਾਰਾਇਣ ਰਾਜ ਕਰਦੇ ਸੀ। ਹੁਣ ਤੁਸੀਂ ਮਨੁੱਖ ਤੋਂ ਦੇਵਤਾ ਬਣ ਰਹੇ ਹੋ। ਬਾਪ ਕਹਿੰਦੇ ਨੇ ਇਸ ਮ੍ਰਿਤਿੂ ਲੋਕ ਦੁੱਖ ਧਾਮ ਵਿੱਚ ਤੁਹਾਡਾ ਅੰਤਿਮ ਜਨਮ ਹੈ। ਭਾਰਤ ਅਮਰ ਲੋਕ ਸੀ, ਉੱਥੇ ਦੁੱਖ ਦਾ ਨਾਂ ਨਹੀਂ ਸੀ। ਭਾਰਤ ਪਰਿਸਥਾਨ ਸੀ, ਹੁਣ ਕਬਰਿਸਤਾਨ ਬਣਿਆ ਹੈ, ਫਿਰ ਪਰਿਸਥਾਨ ਹੋਵੇਗਾ। ਇਹ ਸਭ ਸਮਝਣ ਦੀਆਂ ਗੱਲਾਂ ਨੇ। ਇਹ ਹੈ ਮਨੁੱਖ ਤੋਂ ਦੇਵਤਾ ਬਣਨ ਦੀ ਪਾਠਸ਼ਾਲਾ। ਇਹ ਕੋਈ ਸੰਨਿਆਸੀਆਂ ਦਾ ਸਾਸੰਗ ਨਹੀਂ ਹੈ ਜਿੱਥੇ ਸ਼ਾਸਤਰ ਬੈਠ ਸੁਣਾਉਂਦੇ ਨੇ। ਇਹਨਾਂ ਗੱਲਾਂ ਨੂੰ ਨਵਾਂ ਕੋਈ ਸਮਝ ਨਾ ਸਕੇ ਜਦੋਂ ਤੱਕ 7 ਦਿਨਾਂ ਦਾ ਕੋਰਸ ਨਾ ਕੀਤਾ ਹੋਵੇ। ਇਸ ਵਕਤ ਭਗਤ ਤਾਂ ਸਭ ਮਨੁੱਖ ਮਾਤਰ ਨੇ। ਉਹਨਾਂ ਦੀ ਆਤਮਾ ਵੀ ਯਾਦ ਕਰਦੀ ਹੈ ਪਰਮਾਤਮਾ। ਇੱਕ ਮਾਸ਼ੂਕ ਦੇ ਸਭ ਆਸ਼ਿਕ ਨੇ। ਬਾਪ ਆ ਕੇ ਸੱਚਖੰਡ ਬਣਾਉਂਦੇ ਨੇ ਅੱਧਾ ਕਲਪ ਤੋਂ ਬਾਅਦ। ਫਿਰ ਰਾਵਣ ਆ ਕੇ ਝੂਠਖੰਡ ਬਣਾਉਂਦਾ ਹੈ। ਹੁਣ ਹੈ ਸੰਗਮ ਯੁਗ। ਇਹ ਸਭ ਸਮਝਣ ਦੀਆਂ ਗੱਲਾਂ ਨੇ। ਅੱਛਾ, ਮਿੱਠੀ ਸਿੱਕੀ ਲੱਦੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਤੇ ਗੁੱਡ ਮਾਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ। ਰੂਹਾਨੀ ਬੱਚਿਆਂ ਦੀ ਰੂਹਾਨੀ ਬਾਪ ਦਾਦਾ ਨੂੰ ਨਮਸਤੇ ਨਮਸਤੇ ਜੀ। ਧਾਰਨਾ ਦੇ ਲਈ ਮੁੱਖ ਸਾਰ। ਪਹਿਲੀ ਧਾਰਨਾ ਹੈ ਬਾਪ ਦੀ ਸ਼੍ਰੀਮਤ ਤੇ ਭਾਰਤ ਦੀ ਸੱਚੀ ਸੇਵਾ ਕਰਨੀ ਹੈ। ਸਰਵ ਸ਼ਕਤੀਵਾਨ ਬਾਪ ਤੋਂ ਸ਼ਕਤੀ ਲੈ 5 ਵਿਕਾਰਾਂ ਰੂਪੀ ਰਾਵਣ ਤੇ ਜਿੱਤ ਪਾਉਣੀ ਹੈ। ਦੂਜਾ, ਮਨੁੱਖ ਤੋਂ ਦੇਵਤਾ ਬਣਨ ਦੇ ਲਈ ਪਵਿੱਤਰ ਜ਼ਰੂਰ ਬਣਨਾ ਹੈ। ਨਾਲਜ ਦੀ ਧਾਰਨਾ ਕਰ, ਕੰਡੇ ਤੋਂ ਫੁੱਲ ਬਣਨਾ ਤੇ ਬਣਾਉਣਾ ਹੈ। ਵਰਦਾਨ ਹੈ ਸ਼੍ਰੀਮਤ ਦੁਆਰਾ ਸਦਾ ਖੁਸ਼ੀ ਤੇ ਹਲਕੇਪਨ ਦਾ ਅਨੁਭਵ ਕਰਨ ਵਾਲੇ ਮਨਮਤ ਪਰਮਤ ਤੋਂ ਮੁਕਤ ਭਵ। ਸ਼੍ਰੀਮਤ ਦੁਆਰਾ ਸਦਾ ਖੁਸ਼ੀ ਤੇ ਹਲਕੇਪਨ ਦਾ ਅਨੁਭਵ ਕਰਨ ਵਾਲੇ ਮਨਮਤ ਤੇ ਪਰਮਤ ਤੋਂ ਮੁਕਤ ਭਵ। ਜਿਨ੍ਹਾਂ ਬੱਚਿਆਂ ਦਾ ਹਰ ਕਦਮ ਸ਼੍ਰੀਮਤ ਅਨੁਸਾਰ ਹੈ ਉਹਨਾਂ ਦਾ ਮਨ ਸਦਾ ਸੰਤੁਸ਼ਟ ਹੋਏਗਾ। ਮਨ ਵਿੱਚ ਕਿਸੇ ਵੀ ਤਰ੍ਹਾਂ ਦੀ ਹਲਚਲ ਨਹੀਂ ਹੋਵੇਗੀ। ਸ਼੍ਰੀਮਤ ਤੇ ਚੱਲਣ ਨਾਲ ਨੈਚੁਰਲ ਖੁਸ਼ੀ ਰਹੇਗੀ, ਹਲਕੇਪਨ ਦਾ ਅਨੁਭਵ ਹੋਏਗਾ। ਇਸ ਲਈ ਜਦੋਂ ਵੀ ਮਨ ਵਿੱਚ ਹਲਚਲ ਹੋਵੇ, ਜ਼ਰਾ ਵੀ ਖੁਸ਼ੀ ਦੀ ਪਰਸੈਂਟੇਜ ਘੱਟ ਹੋਵੇ ਤਾਂ ਚੈੱਕ ਕਰੋ, ਜ਼ਰੂਰ ਸ਼੍ਰੀਮਤ ਦੀ ਅਵਗਿਆ ਹੋਈ ਹੋਵੇਗੀ। ਇਸ ਲਈ ਸੁਖਮ ਚੈਕਿੰਗ ਕਰ, ਮਨਮਤ ਜਾਂ ਪਰਮਤ ਤੋਂ ਆਪਣੇ ਆਪ ਨੂੰ ਮੁਕਤ ਕਰ ਲਓ। ਸਲੋਗਨ ਹੈ ਬੁੱਧੀ ਰੂਪੀ ਵਿਮਾਨ ਦੁਆਰਾ ਵਤਨ ਵਿੱਚ ਪਹੁੰਚ ਕੇ ਗਿਆਨ ਸੂਰਜ ਦੀਆਂ ਕਿਰਨਾਂ ਦਾ ਅਨੁਭਵ ਕਰਨਾ ਹੀ ਸ਼ਕਤੀਸ਼ਾਲੀ ਯੋਗ ਹੈ। ਬੁੱਧੀ ਰੂਪੀ ਵਿਮਾਨ ਦੁਆਰਾ ਵਤਨ ਵਿੱਚ ਪਹੁੰਚ ਕੇ ਗਿਆਨ ਸੂਰਜ ਦੀਆਂ ਕਿਰਨਾਂ ਦਾ ਅਨੁਭਵ ਕਰਨਾ ਹੀ ਸ਼ਕਤੀਸ਼ਾਲੀ ਯੋਗ ਹੈ। ਹੁਣ ਸੁਣਦੇ ਹਾਂ ਮਾਤੇਸ਼ਵਰੀ ਜੀ ਦੇ ਅਨਮੋਲ ਮਹਾਵਾਕ। ਪਹਿਲਾ ਪੁਆਇੰਟ, ਆਤਮਾ ਪਰਮਾਤਮਾ ਵਿੱਚ ਫਰਕ ਭੇਦ। ਆਤਮਾ ਤੇ ਪਰਮਾਤਮਾ ਵੱਖ ਰਹੇ ਬਹੁਕਾਲ, ਸੁੰਦਰ ਮੇਲਾ ਕਰ ਦਿੱਤਾ ਜਦੋਂ ਸਤਿਗੁਰੂ ਮਿਲਿਆ ਦਲਾਲ। ਜਦੋਂ ਅਸੀਂ ਇਹ ਅੱਖਰ ਕਹਿੰਦੇ ਹਾਂ ਤਾਂ ਇਸ ਦਾ ਅਸਲ ਮਤਲਬ ਕੀ ਹੈ ਕਿ ਆਤਮਾ ਪਰਮਾਤਮਾ ਤੋਂ ਬਹੁਤ ਸਮੇਂ ਤੋਂ ਵਿਛੜ ਗਈ ਸੀ। ਬਹੁਤ ਸਮੇਂ ਦਾ ਮਤਲਬ ਹੈ ਬਹੁਤ ਸਮੇਂ ਤੋਂ
ਆਤਮਾ ਪਰਮਾਤਮਾ ਤੋਂ ਵਿਛੜ ਗਈ। ਇਹ ਅੱਖਰ ਸਾਬਿਤ ਕਰਦੇ ਨੇ ਕਿ ਆਤਮਾ ਤੇ ਪਰਮਾਤਮਾ ਦੋਨੋਂ ਵੱਖ-ਵੱਖ ਚੀਜ਼ਾਂ ਨੇ। ਦੋਨਾਂ ਵਿੱਚ ਆਂਤਰਿਕ ਭੇਦ ਹੈ, ਪਰ ਦੁਨਿਆਵੀ ਮਨੁੱਖਾਂ ਨੂੰ ਪਹਿਚਾਨ ਨਾ ਹੋਣ ਦੇ ਕਾਰਨ ਉਹ ਇਸ ਅੱਖਰ ਦਾ ਮਤਲਬ ਐਵੇਂ ਕੱਢਦੇ ਨੇ ਕਿ ਮੈਂ ਆਤਮਾ ਹੀ ਪਰਮਾਤਮਾ ਹਾਂ, ਪਰ ਆਤਮਾ ਦੇ ਉੱਪਰ ਮਾਇਆ ਦਾ ਆਵਰਨ ਯਾਨੀ ਛਾਇਆ ਚੜਨ ਦੇ ਕਾਰਨ ਆਪਣੇ ਅਸਲੀ ਸਰੂਪ ਨੂੰ ਭੁੱਲ ਗਏ ਨੇ ਤੇ ਕਹਿੰਦੇ ਨੇ ਜਦੋਂ ਮਾਇਆ ਦਾ ਮੈਲ ਆਵਰਨ ਉਤਰ ਜਾਏਗਾ ਫਿਰ ਆਤਮਾ ਉਹੀ ਪਰਮਾਤਮਾ ਬਣ ਜਾਏਗੀ। ਉਸ ਆਤਮਾ ਨੂੰ ਵੱਖ ਇਸ ਮਤਲਬ ਨਾਲ ਕਹਿੰਦੇ ਨੇ। ਦੂਜੇ ਲੋਕ ਫਿਰ ਇਸ ਮਤਲਬ ਨਾਲ ਕਹਿੰਦੇ ਨੇ ਕਿ ਮੈਂ ਆਤਮਾ ਸੋ ਪਰਮਾਤਮਾ ਹਾਂ, ਪਰ ਆਤਮਾ ਆਪਣੇ ਆਪ ਨੂੰ ਭੁੱਲਣ ਦੇ ਕਾਰਨ ਦੁਖੀ ਬਣ ਗਈ। ਜਦੋਂ ਆਤਮਾ ਆਪਣੇ ਆਪ ਨੂੰ ਪਹਿਚਾਨ ਕਰ ਸ਼ੁੱਧ ਬਣਦੀ ਹੈ ਫਿਰ ਆਤਮਾ ਪਰਮਾਤਮਾ ਵਿੱਚ ਮਿਲ ਕੇ ਇੱਕ ਹੋ ਜਾਵੇਗੀ। ਉਹ ਆਤਮਾ ਨੂੰ ਵੱਖ ਇਸ ਅਰਥ ਨਾਲ ਕਰਦੇ ਨੇ, ਪਰ ਅਸੀਂ ਤਾਂ ਜਾਣਦੇ ਹਾਂ ਕਿ ਆਤਮਾ ਪਰਮਾਤਮਾ ਦੋਵੇਂ ਵੱਖ-ਵੱਖ ਚੀਜ਼ਾਂ ਨੇ। ਨਾ ਆਤਮਾ ਪਰਮਾਤਮਾ ਹੋ ਸਕਦੀ ਹੈ, ਨਾ ਆਤਮਾ ਪਰਮਾਤਮਾ ਵਿੱਚ ਮਿਲ ਕੇ ਇੱਕ ਹੋ ਸਕਦੀ ਹੈ, ਨਾ ਪਰਮਾਤਮਾ ਦੇ ਉੱਪਰ ਕੋਈ ਆਵਰਨ ਚੜ ਸਕਦਾ ਹੈ। ਦੂਜਾ, ਮਨ ਦੀ ਅਸ਼ਾਂਤੀ ਦਾ ਕਾਰਨ ਹੈ ਕਰਮ ਬੰਧਨ ਤੇ ਸ਼ਾਂਤੀ ਦਾ ਆਧਾਰ ਹੈ ਕਰਮਾਤੀਤ। ਮਨ ਦੀ ਅਸ਼ਾਂਤੀ ਦਾ ਕਾਰਨ ਹੈ ਕਰਮ ਬੰਧਨ ਤੇ ਸ਼ਾਂਤੀ ਦਾ ਆਧਾਰ ਹੈ ਕਰਮਾਤੀਤ। ਅਸਲ ਵਿੱਚ ਹਰ ਮਨੁੱਖ ਦੀ ਚਾਹਨਾ ਜ਼ਰੂਰ ਹੁੰਦੀ ਹੈ ਸਾਨੂੰ ਮਨ ਦੀ ਸ਼ਾਂਤੀ ਮਿਲੇ, ਇਸ ਲਈ ਅਨੇਕ ਕੋਸ਼ਿਸ਼ ਕਰਦੇ ਆਏ, ਲੇਕਿਨ ਮਨ ਨੂੰ ਸ਼ਾਂਤੀ ਹਾਲੇ ਤੱਕ ਪ੍ਰਾਪਤ ਨਹੀਂ ਹੋਈ। ਇਸ ਦਾ ਅਸਲ ਕਾਰਨ ਕੀ ਹੈ? ਹੁਣ ਪਹਿਲੇ ਤਾਂ ਇਹ ਸੋਚ ਚੱਲਣੀ ਜ਼ਰੂਰੀ ਹੈ ਕਿ ਮਨ ਦੀ ਅਸ਼ਾਂਤੀ ਦੀ ਪਹਿਲੀ ਜੜ ਕੀ ਹੈ। ਮਨ ਦੀ ਅਸ਼ਾਂਤੀ ਦਾ ਮੂਲ ਕਾਰਨ ਹੈ ਕਰਮ ਬੰਧਨ ਵਿੱਚ ਫਸਣਾ। ਜਦੋਂ ਤੱਕ ਮਨੁੱਖ ਇਹਨਾਂ 5 ਵਿਕਾਰਾਂ ਦੇ ਕਰਮ ਬੰਧਨ ਤੋਂ ਨਹੀਂ ਛੁੱਟੇ, ਉਦੋਂ ਤੱਕ ਮਨੁੱਖ ਅਸ਼ਾਂਤੀ ਤੋਂ ਨਹੀਂ ਛੁੱਟ ਸਕਦੇ। ਜਦੋਂ ਕਰਮ ਬੰਧਨ ਟੁੱਟ ਜਾਂਦਾ ਹੈ ਤਾਂ ਮਨ ਦੀ ਸ਼ਾਂਤੀ ਮਤਲਬ ਜੀਵਨ ਮੁਕਤੀ ਨੂੰ ਪ੍ਰਾਪਤ ਕਰ ਸਕਦੇ ਨੇ। ਹੁਣ ਇਹ ਸੋਚ ਕਰਨਾ ਹੈ ਇਹ ਕਰਮ ਬੰਧਨ ਟੁੱਟਣ ਕਿਵੇਂ ਅਤੇ ਉਸ ਕੋ ਛੁਟਕਾਰਾ ਦੇਣ ਵਾਲਾ ਕੌਣ? ਇਹ ਤਾਂ ਅਸੀਂ ਜਾਣਦੇ ਹਾਂ, ਕੋਈ ਵੀ ਮਨੁੱਖ ਆਤਮਾ ਕਿਸੇ ਵੀ ਮਨੁੱਖ ਆਤਮਾ ਨੂੰ ਛੁਟਕਾਰਾ ਨਹੀਂ ਦੇ ਸਕਦੀ। ਇਹ ਕਰਮ ਬੰਧਨ ਦਾ ਹਿਸਾਬ ਕਿਤਾਬ ਤੋੜਨ ਵਾਲਾ ਸਿਰਫ ਇੱਕ ਪਰਮਪਿਤਾ ਪਰਮਾਤਮਾ ਹੈ। ਉਹ ਆ ਕੇ ਇਸ ਗਿਆਨ ਯੋਗ ਬਲ ਨਾਲ ਕਰਮ ਬੰਧਨ ਤੋਂ ਛੁਡਾਉਂਦੇ ਨੇ। ਇਸ ਲਈ ਪਰਮਾਤਮਾ ਨੂੰ ਸੁਖਦਾਤਾ ਕਿਹਾ ਜਾਂਦਾ। ਜਦੋਂ ਤੱਕ ਪਹਿਲੇ ਗਿਆਨ ਨਹੀਂ ਸੀ ਮੈਂ ਆਤਮਾ ਹਾਂ, ਅਸਲ ਵਿੱਚ ਮੈਂ ਕਿਸ ਦੀ ਸੰਤਾਨ ਹਾਂ, ਮੇਰੇ ਅਸਲੀ ਗੁਣ ਕੀ ਹੈ, ਜਦੋਂ ਤੱਕ ਇਹ ਬੁੱਧੀ ਵਿੱਚ ਆ ਜਾਵੇ ਉਦੋਂ ਹੀ ਕਰਮ ਬੰਧਨ ਟੁੱਟਣ। ਹੁਣ ਇਹ ਨੌਲੇਜ ਸਾਨੂੰ ਪਰਮਾਤਮਾ ਦੁਆਰਾ ਪ੍ਰਾਪਤ ਹੁੰਦੀ ਹੈ। ਗੋਇਆ ਪਰਮਾਤਮਾ ਦੁਆਰਾ ਕਰਮ ਬੰਧਨ ਟੁੱਟਦੇ ਨੇ। ਅੱਛਾ, ਓਮ ਸ਼ਾਂਤੀ।